ਤਾਂ ਅੱਜ ਦੇ ਆਪਣੇ ਕਰੰਟ ਅਫੇਅਰ 6 ਅਗਸਤ 2021 ਦੇ ਸਭ ਤੋਂ ਪਹਿਲਾ ਜਿਹੜਾ ਕਰੰਟ ਅਫੇਅਰ ਹੈ ਉਹ ਮੁੜ ਰੋਕਥਾਮ ਟੈਕਸ ਜਾਂ ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਰੈਟਰੋਸਪੈਕਟਿਵ ਟੈਕਸ। ਇਹਦਾ ਕੀ ਮਤਲਬ ਹੈ? ਦੇਖੋ, ਇੱਕ ਨਾ ਤੁਹਾਡੀ ਸਰਕਾਰ ਨੇ 2012 ਵਿੱਚ ਜਦੋਂ ਤੁਹਾਡੀ ਮਨਮੋਹਨ ਸਰਕਾਰ ਸੀ, ਠੀਕ ਹੈ, ਉਦੋਂ ਇਹ ਟੈਕਸ ਸਭ ਤੋਂ ਪਹਿਲਾਂ ਲਿਆਇਆ ਗਿਆ ਸੀ। ਇਹ ਟੈਕਸ ਸੀਗਾ ਕਿ ਤੁਹਾਡੀ ਸਰਕਾਰ ਜਿਹੜੀ ਸੀ ਕੋਈ ਵੀ ਪੁਰਾਣੀ, ਇਹ ਪ੍ਰਾਈਵੇਟ ਸੈਕਟਰ ਉੱਤੇ ਲਾਇਆ ਸੀ, ਤੁਹਾਡੀ ਸਰਕਾਰ ਕੋਈ ਵੀ ਪ੍ਰਾਈਵੇਟ ਸੈਕਟਰ ਦੀ ਡੀਲ ਉੱਤੇ, ਇੱਕ ਮਿੰਟ ਰੁਕਿਓ, ਹਾਂ, ਤੁਹਾਡੀ ਜਿਹੜੀ ਸਰਕਾਰ ਸੀ, ਜਿਹੜੀ ਭਾਰਤ ਸਰਕਾਰ ਹੈ, ਕੋਈ ਵੀ ਪ੍ਰਾਈਵੇਟ ਸੈਕਟਰ ਦੀ ਪੁਰਾਣੀ ਡੀਲ ਉੱਤੇ ਵੀ, ਕੋਈ ਵੀ ਪੁਰਾਣਾ ਕੋਈ ਸਮਝੌਤਾ ਹੋਇਆ ਹੋਵੇ, ਉਹਦੇ ਉੱਤੇ ਕੋਈ ਵੀ ਆਪਣੀ ਟੈਕਸ ਦੀ ਡਿਮਾਂਡ ਲਾ ਸਕਦੀ ਸੀ, ਕੋਈ ਵੀ ਟੈਕਸ ਦੀ ਡਿਮਾਂਡ ਕਰ ਸਕਦੀ ਸੀ। ਇਹਦਾ ਇੱਕ ਬਹੁਤ ਵੱਡਾ ਮਤਲਬ, ਇਹ ਸ਼ੁਰੂ ਕਿੱਥੋਂ ਹੋਇਆ ਸੀ? ਜਿਹੜਾ ਤੁਹਾਡੇ ਭਾਰਤ ਵਿੱਚ ਤੁਹਾਨੂੰ ਯਾਦ ਹੋਊਗਾ, ਇੱਕ ਪਹਿਲਾਂ ਟੈਲੀਕਾਮ ਕੰਪਨੀ ਹੁੰਦੀ ਸੀ ਹੱਚ। ਹੋਇਆ ਕੀ ਸੀ, ਜਦੋਂ ਤੁਹਾਡੀ ਹੱਚ ਹੁੰਦੀ ਸੀ, ਹੱਚ ਤੁਹਾਡੀ ਵਿਕੀ ਕਿਹਨੂੰ? ਵੋਡਾਫੋਨ, ਠੀਕ ਹੈ, ਉਹ ਯਾਦ ਹੈ ਨਾ, ਪਹਿਲਾਂ ਇੱਕ ਕੰਪਨੀ ਹੁੰਦੀ ਸੀ ਹੱਚ। ਉਹਨਾਂ ਨੇ ਕੀ ਕੀਤਾ ਸੀ, ਉਹ ਇੰਡੀਅਨ ਕੰਪਨੀ ਸੀ ਹੱਚ, ਉਹਨਾਂ ਨੇ ਆਪਣੇ ਸਾਰੇ ਦੇ ਸਾਰੀ ਜਿੰਨਾ ਵੀ ਟੈਲੀਕਾਮ ਨੈਟਵਰਕ ਸੀਗਾ ਇੰਡੀਆ 'ਚ, ਉਹ ਸਾਰਾ ਦਾ ਸਾਰਾ ਵੇਚਤਾ ਸੀ ਤੁਹਾਡੇ ਵੋਡਾਫੋਨ ਨੂੰ। ਤਾਂ ਹੱਚ ਨੇ ਸਾਰਾ ਦਾ ਸਾਰਾ ਕੁਝ ਵੋਡਾਫੋਨ ਨੂੰ ਵੇਚਤਾ ਸੀ। ਇਹਨਾਂ ਨੇ ਕੀ ਕੀਤਾ, ਪਰ ਜਦੋਂ ਇਹ ਡੀਲ ਕਰ ਰਹੇ ਸੀ, ਹੱਚ ਸਭ ਕੁਝ ਵੇਚ ਰਿਹਾ ਸੀ ਤੇ ਵੋਡਾਫੋਨ ਖਰੀਦ ਰਿਹਾ ਸੀ, ਇਹਨਾਂ ਨੇ ਇਸ ਤਰੀਕੇ ਨਾਲ ਦੁਨੀਆ ਵਿੱਚ ਇਹ ਸਾਰਾ ਪੈਸਾ ਘੁਮਾਇਆ ਕਿ ਡੀਲ ਇਦਾਂ ਦਿਖਾਈ ਕਿ ਭਾਰਤ ਵਿੱਚ ਜਦੋਂ ਇਹ ਡੀਲ ਹੋਈ ਹੀ ਨਹੀਂ ਹੈ ਤਾਂ ਭਾਰਤ ਸਰਕਾਰ ਦਾ ਕੋਈ ਟੈਕਸ ਵੀ ਨਹੀਂ ਬਣਦਾ। ਇਹਨਾਂ ਨੇ ਕੀ ਕੀਤਾ ਕਿ ਹੱਚ ਨੂੰ ਸਿੰਗਾਪੁਰ ਲੈ ਗਏ, ਠੀਕ ਹੈ, ਕੇਮਨ ਆਈਲੈਂਡਸ ਦੇ ਉੱਥੇ ਰਜਿਸਟਰ ਕਰ ਲਿਆ। ਇਦਾਂ ਦੀ ਕੁਝ ਜਗ੍ਹਾ ਦੁਨੀਆ ਵਿੱਚ ਜਿੱਥੇ ਨਾ ਤੁਹਾਡਾ ਕੋਈ ਟੈਕਸ ਨਹੀਂ ਪੈਂਦਾ, ਠੀਕ ਹੈ, ਟੈਕਸ ਫ੍ਰੀ ਬਿਜ਼ਨਸ ਹੁੰਦੇ ਉੱਥੇ, ਤੇ ਇਹ ਉੱਥੇ ਰਜਿਸਟਰ ਕਰਕੇ ਉੱਥੇ ਅਕਾਊਂਟਸ ਖੁਲਵਾ ਕੇ ਪੈਸਾ ਇਦਾਂ ਘੁਮਾ ਦਿੰਦੇ ਆ ਜਿੱਦਾਂ ਦਿਖਣ ਨੂੰ ਫਿਰ ਇਹ ਦਿਖਦਾ ਹੀ ਨਹੀਂ ਹੈ ਕਿ ਤੁਹਾਡੇ ਦੇਸ਼ ਵਿੱਚ ਕੋਈ ਬਿਜ਼ਨਸ ਹੋਇਆ ਵੀ ਹੈ। ਤੇ ਸਾਰਾ ਟੈਕਸ, ਜਦੋਂ ਤੁਹਾਡੇ ਦੇਸ਼ ਵਿੱਚ ਬਿਜ਼ਨਸ ਹੀ ਨਹੀਂ ਹੋਇਆ ਤਾਂ ਟੈਕਸ ਕਿਸ ਗੱਲ ਦਾ ਬਣਦਾ? ਉਦੋਂ ਬਾਅਦ ਤੁਹਾਡੀ ਸਰਕਾਰ ਨੇ ਨਾ ਕਾਨੂੰਨ ਬਦਲਿਆ ਸੀ ਕਿ ਭਾਰਤ, ਜੇ ਕੋਈ ਵੀ ਬਾਹਰ ਵੀ ਕੋਈ ਇਦਾਂ ਦੀ ਡੀਲ ਹੁੰਦੀ ਹੈ ਜਿੱਥੇ ਭਾਰਤ ਦੇ ਐਸੈਟ ਵਿਕ ਰਹੇ ਆ, ਮਤਲਬ ਕੋਈ ਇਦਾਂ ਦੀ ਚੀਜ਼ ਜਿਹੜੀ ਭਾਰਤ ਦੇ ਅੰਦਰ ਆ ਉਹ ਵਿਕ ਰਹੀ ਹੈ, ਤਾਂ ਉਹਦੇ ਉੱਤੇ ਭਾਰਤ ਵਿੱਚ ਵੀ ਟੈਕਸ ਦੇਣਾ ਪੈਣਾ। ਕਿਉਂਕਿ ਹੋਇਆ ਤਾਂ ਇਹੀ ਸੀ ਨਾ ਕਿ ਭਾਰਤ ਵਿੱਚ ਜਿੰਨੇ ਵੀ ਇਹਨਾਂ ਦੇ ਟੈਲੀਕਾਮ ਦੇ ਜਿੰਨੇ ਵੀ ਟਾਵਰ ਸੀਗੇ, ਜਿੰਨਾ ਸਟਾਫ, ਉਹਨਾਂ ਦੇ ਆਫਿਸ, ਕੁਝ ਵੀ ਸੀ, ਉਹ ਸਭ ਕੁਝ ਹੀ ਟ੍ਰਾਂਸਫਰ ਕੀਤਾ ਸੀ ਵੋਡਾਫੋਨ ਨੂੰ। ਤਾਂ ਹੁਣ ਇੱਕ ਤਰੀਕੇ ਦਾ ਭਾਰਤ ਨੂੰ ਟੈਕਸ ਤਾਂ ਬਣਦਾ ਹੀ ਸੀ, ਉਹ ਜਿਹੜਾ ਡੀਲ ਆਈ ਹੈ, ਪਰ ਉਹ ਇਸ ਤਰੀਕੇ ਨਾਲ ਘੁਮਾਇਆ ਕਿ ਭਾਰਤ ਸਰਕਾਰ ਨੂੰ ਟੈਕਸ ਦਾ ਲਾਸ ਹੋਇਆ ਸੀ। ਤੇ ਭਾਰਤ ਸਰਕਾਰ ਨੇ ਇਸ ਲਈ ਇਹ ਕਾਨੂੰਨ ਬਣਾਇਆ ਸੀ ਕਿ ਆਉਣ ਵਾਲੇ ਟਾਈਮ 'ਚ ਹੁਣ ਕੋਈ ਵੀ ਇਦਾਂ ਦੀ ਡੀਲ ਹੋਊਗੀ ਜਿੱਥੇ ਭਾਰਤ ਦੇ ਆਪਣੇ ਖੁਦ ਦੇ ਕੋਈ ਨਾ ਕੋਈ ਐਸੈਟ ਵਿਕੇ ਆ, ਠੀਕ ਹੈ, ਉਹਦੇ ਵਿੱਚ ਭਾਰਤ ਨੂੰ ਟੈਕਸ ਦੇਣਾ ਪਊਗਾ, ਠੀਕ ਹੈ। ਤਾਂ ਭਾਰਤ ਨੇ ਇਹ ਸਿਰਫ ਆਉਣ ਵਾਲੀ ਡੀਲ ਤੇ ਨਹੀਂ ਕੀਤਾ, ਭਾਰਤ ਨੇ ਕੀ ਕੀਤਾ ਹੈ ਕਿ ਜਿੰਨੇ ਪੁਰਾਣੇ ਵੀ ਹੋਏ ਆ ਅਸੀਂ ਉਹ ਤੋਂ ਵੀ ਪੈਸੇ ਵਸੂਲ ਕਰ ਸਕਦੇ ਹਾਂ। ਤੇ ਉਹਨਾਂ ਨੇ ਵੋਡਾਫੋਨ ਨੂੰ ਕਿਹਾ ਕਿ ਤੁਸੀਂ ਸਾਨੂੰ 2000 ਕਰੋੜ ਦੇਣੇ ਉਸ ਡੀਲ ਦੇ ਟੈਕਸ ਵਿੱਚ। ਤਾਂ ਵੋਡਾਫੋਨ ਨੇ ਕਿਹਾ ਕਿ ਦੇਖੋ, ਤੁਸੀਂ ਟੈਕਸ ਤਾਂ, ਤੁਸੀਂ ਕਾਨੂੰਨ ਤਾਂ ਹੁਣ ਬਣਾਇਆ, ਤੁਸੀਂ ਟੈਕਸ ਪਹਿਲਾਂ ਤੋਂ ਕਿਉਂ ਮੰਗ ਰਹੇ ਹੋ? ਤਾਂ ਇਹੀ ਜਿਹੜੇ ਹੁੰਦੇ ਰੈਟਰੋਸਪੈਕਟਿਵ, ਇਹਦਾ ਮਤਲਬ ਇਹ ਹੁੰਦਾ ਕੋਈ ਪੁਰਾਣੀ ਚੀਜ਼ ਜੋ ਹੋ ਚੁੱਕੀ ਹੈ ਉਹਦਾ ਟੈਕਸ ਲਗਾ ਲੈਣਾ। ਤਾਂ ਇਹ ਚੀਜ਼ ਨਾ ਥੋੜੀ ਚੰਗੀ ਨਹੀਂ ਮੰਨੀ ਜਾਂਦੀ, ਖਾਸ ਕਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਬਾਹਰ ਨਿਵੇਸ਼ ਦਾ ਪੈਸਾ, ਵਿਦੇਸ਼ੀ ਪੈਸਾ ਜਾਂ ਜਿਹੜਾ ਵੀ ਆਪਣੇ ਨਿਵੇਸ਼ ਆਪਣੇ ਇੰਡੀਆ 'ਚ ਆ ਰਿਹਾ, ਜਿੰਨੀ ਵੀ ਇਨਵੈਸਟਮੈਂਟ ਇੰਡੀਆ 'ਚ ਆ ਰਹੀ ਹੈ, ਠੀਕ ਹੈ, ਆਪਣੇ ਭਾਰਤ ਵਿੱਚ ਜਿੰਨੇ ਵੀ ਨਿਵੇਸ਼ ਆ ਰਿਹਾ, ਹੁਣ ਹੋਊਗਾ ਕਿ ਜੇ ਮੈਂ ਕਵਾਂ, ਹੁਣ ਜਿਹੜੇ ਵੀ ਆਪਣੇ ਲੋਕ ਭਾਰਤ ਵਿੱਚ ਨਿਵੇਸ਼ ਕਰ ਰਹੇ ਆ, ਹੁਣ ਜੇ ਮੈਂ ਕਵਾਂ ਕਿ ਭਾਰਤ ਵਿੱਚ ਟੈਕਸ ਦੇ ਜਿਹੜੇ ਲਾਅ ਆ, ਜਿਹੜੇ ਭਾਰਤ 'ਚ ਟੈਕਸ ਦੇ ਜਿਹੜੇ ਕਾਨੂੰਨ ਹੈ, ਉਹ ਕਦੀ ਵੀ ਬਦਲੇ ਜਾ ਸਕਦੇ ਆ ਤੇ ਤੁਹਾਡੇ ਤੋਂ ਕਿਸੇ ਪੁਰਾਣੇ ਡੀਲ ਦੇ ਵੀ ਪੈਸੇ ਮੰਗੇ ਜਾ ਸਕਦੇ ਆ, ਤਾਂ ਕਿਹੜੀ ਫੋਰਨ ਦੀ ਕੰਪਨੀ ਹੈ ਜਿਹੜਾ ਭਾਰਤ ਵਿੱਚ ਪੈਸਾ ਲਗਾਉਣਾ ਚਾਹੂਗੀ? ਕਿਉਂਕਿ ਉਹਨੂੰ ਤਾਂ ਇਹੀ ਲੱਗੂਗਾ ਨਾ ਕਿ ਇੱਥੇ ਤਾਂ ਪਤਾ ਹੀ ਨਹੀਂ ਸਰਕਾਰ ਕਦੋਂ ਕਿਹੜੇ ਪੈਸੇ ਦੀ ਡਿਮਾਂਡ ਕਰਦੇ। ਕਿਉਂਕਿ ਦੇਖੋ, ਅਲਟੀਮੇਟਲੀ ਅੱਜ ਜਿੱਡੀਆਂ ਵੱਡੀਆਂ ਕੰਪਨੀਆਂ ਸਾਰੇ ਟੈਕਸ ਚੋਰੀ ਕਰਨ ਦੀਆਂ ਤਾਂ ਕੋਸ਼ਿਸ਼ ਕਰਦੀਆਂ ਹੀ ਹੈ, ਤਾਂ ਇਹਨਾਂ ਨੂੰ ਤਾਂ ਇਹੀ ਲੱਗਦਾ ਕਿ ਇਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਕਿ ਉੱਥੇ ਜਾਵਾਂਗੇ ਤੇ ਬਿਜ਼ਨਸ ਕਰਾਂਗੇ ਤਾਂ ਕਦੀ ਵੀ ਸਰਕਾਰ ਇਦਾਂ ਦਾ ਕੋਈ ਵੀ ਟੈਕਸ ਲਗਾ ਦੇ ਤਾਂ ਅਸੀਂ ਕਿੱਦਾਂ ਦੇਵਾਂਗੇ? ਇਹਦੇ ਕਾਰਨ ਆਪਣੇ ਭਾਰਤ ਨੂੰ ਨੁਕਸਾਨ ਕੀ ਹੋ ਰਿਹਾ ਸੀ ਕਿ ਬਹੁਤ ਵੱਡੀਆਂ ਕੰਪਨੀਆਂ
ਭਾਰਤ ਵਿੱਚ ਆਪਣੀਆਂ ਫੈਕਟਰੀਆਂ ਲਗਾਉਣ ਨੂੰ ਵੀ ਹਿਚਕਿਚਾ ਰਹੀਆਂ ਸੀ, ਕਿਉਂਕਿ ਇਦਾਂ ਇਹ ਟੈਕਸ ਪੂਰੀ ਦੁਨੀਆ 'ਚ, ਈਵਨ ਭਾਰਤ ਵਿੱਚ ਜਿਹੜੇ ਤੁਹਾਡੇ ਆਰਥਿਕਤਾ ਦੇ ਬਹੁਤ ਵੱਡੇ ਸੋਚਣ ਵਾਲੇ ਲੋਕ ਹੈ, ਉਹਨਾਂ ਨੇ ਇਹੀ ਕਿਹਾ ਕਿ ਇਹ ਜਿਹੜਾ ਟੈਕਸ ਹੈ ਇਹ ਬਹੁਤ ਗਲਤ ਹੈ ਤੇ ਇਹਨੂੰ ਨਹੀਂ ਲਗਾਉਣਾ ਚਾਹੀਦਾ। ਠੀਕ ਹੈ, ਕਿਉਂਕਿ ਜਿਹੜੀ ਡੀਲ ਹੋ ਚੁੱਕੀ ਹੈ, ਦੇਖੋ ਹੁਣ ਆਪਾਂ ਜਦੋਂ ਆਪਾਂ ਕ੍ਰਾਈਮ ਦੀ ਵੀ ਗੱਲ ਕਰਦੇ ਹਾਂ, ਕ੍ਰਾਈਮ ਵਿੱਚ ਵੀ ਆਹੀ ਚੀਜ਼ ਹੁੰਦੀ ਹੈ। ਹੁਣ ਜਿਵੇਂ ਤੁਹਾਨੂੰ ਯਾਦ ਹੋਊਗਾ ਕਿ ਬਹੁਤ ਸਾਲ ਪਹਿਲਾਂ ਦਿੱਲੀ ਰੇਪ ਕੇਸ ਹੋਇਆ ਸੀ। ਦਿੱਲੀ ਰੇਪ ਕੇਸ ਵਿੱਚ ਇੱਕ ਜਿਹੜਾ ਉਹਨਾਂ ਵਿੱਚੋਂ ਮੁੰਡਾ ਸੀਗਾ ਨਾ, ਦਿੱਲੀ ਗੈਂਗ ਰੇਪ ਜਿਹੜਾ ਕੇਸ ਹੋਇਆ ਸੀ, ਉਹ ਜਿਹੜਾ ਇੱਕ ਮੁੰਡਾ ਸੀ ਉਹ 15 ਸਾਲ ਤੋਂ ਘੱਟ ਸੀ। ਠੀਕ ਹੈ, ਮਤਲਬ 15 ਸਾਲ ਦਾ ਸੀ, 18 ਤੋਂ ਘੱਟ ਸੀ। ਤਾਂ ਆਪਣੇ ਇੱਥੇ ਜਿਹੜੀ ਸਜ਼ਾ ਮਿਲਦੀ ਹੈ, ਜਿਹੜੇ ਅਡਲਟ ਨੂੰ ਸਜ਼ਾਵਾਂ ਅੱਡ ਮਿਲਦੀਆਂ, ਤੇ ਜਿਹੜੇ ਅਡਲਟ ਨਹੀਂ ਹੈਗੇ, ਜਿਹੜੇ ਬੱਚੇ ਆ, ਉਹਨਾਂ ਨੂੰ ਸਜ਼ਾਵਾਂ ਅੱਡ ਮਿਲਦੀਆਂ। ਉਦੋਂ ਆਪਾਂ ਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਸੀ ਕਿ ਦੇਖੋ ਤੁਹਾਡੇ ਅਡਲਟ ਤਾਂ ਇਦਾਂ ਦੇ, ਕਿਉਂਕਿ ਹੋਇਆ ਕਿ ਬਾਅਦ ਚ ਜਦੋਂ ਰਿਪੋਰਟ ਪਤਾ ਚੱਲੀ ਤਾਂ ਜਿਹੜਾ ਬੱਚਾ ਸੀ, ਜਿਹੜਾ 15 ਸਾਲ ਦਾ ਆਪਾਂ ਕਹਿ ਰਹੇ ਸੀ, ਇੰਨੇ ਹੀ ਸਭ ਤੋਂ ਜ਼ਿਆਦਾ ਕਰੂਰਤਾ ਦਿਖਾਈ ਸੀ, ਇੰਨੇ ਹੀ ਸਭ ਤੋਂ ਬੁਰੀ ਤਰ੍ਹਾਂ ਜ਼ੁਲਮ ਢਾਇਆ ਸੀ ਉੱਤੇ। ਤਾਂ ਇਸ ਕਾਰਨ ਇਹ ਪਤਾ ਚੱਲਿਆ ਕਿ ਦੇਖੋ ਹੁਣ ਆਪਣੀ ਜਿਹੜੀ ਸੋਚ ਸੀ ਕਿ ਬੱਚੇ ਕੋਈ ਏਡਾ ਵੱਡਾ ਕ੍ਰਾਈਮ ਨਹੀਂ ਕਰ ਸਕਦੇ, ਉਹ ਇੱਕ ਤਰੀਕੇ ਨਾਲ ਗਲਤ ਸਾਬਿਤ ਹੋਈ। ਤਾਂ ਉਦੋਂ ਬਾਅਦ ਆਪਾਂ 2015 ਵਿੱਚ ਕਾਨੂੰਨ ਮੋਡੀਫਾਈ ਕਰਤਾ ਸੀ ਕਿ ਇਹ ਚੀਜ਼ ਦੁਬਾਰਾ ਨਾ ਹੋਵੇ। ਤਾਂ ਪਰ ਇਹਦਾ ਇਹ ਮਤਲਬ ਸੀ, ਹੁਣ ਉਹ ਜਿਹੜਾ ਉਸ ਦਿੱਲੀ ਗੈਂਗ ਰੇਪ ਵਿੱਚ ਜਿਹੜਾ ਉਹ 15 ਸਾਲ ਦਾ ਸੀ, ਉਹ ਜਿਵੇਂ ਹੀ 2 ਜਾਂ 3 ਸਾਲ ਉਹ ਕੁਝ ਜੇਲ੍ਹ 'ਚ ਰਿਹਾ, 3 ਸਾਲ ਬਾਅਦ ਉਹਨੂੰ ਜੇਲ੍ਹ 'ਚੋਂ ਰਿਹਾ ਕਰਤਾ ਸੀ, ਕਿਉਂਕਿ ਬੱਚਿਆਂ ਲਈ ਮੈਕਸਿਮਮ ਸਜ਼ਾ ਹੀ ਕੁਝ 4-5 ਸਾਲ ਸੀ, ਤਾਂ ਉਹਨੂੰ ਮੈਕਸਿਮਮ ਸਜ਼ਾ ਹੋ ਹੀ 19 ਸਕਦੀ ਸੀ। ਪਰ ਆਪਾਂ ਆਉਣ ਵਾਲੇ ਸਮੇਂ ਲਈ ਕਿ ਅੱਗੇ ਤੋਂ ਇਦਾਂ ਕਦੀ ਨਾ ਹੋਵੇ, ਆਪਾਂ ਇਹਨਾਂ ਲਈ ਵੀ ਕਾਨੂੰਨ ਬਣਾਤਾ ਕਿ ਜੇ ਕੋਈ ਛੋਟੀ ਉਮਰ ਦਾ ਵੀ ਇਦਾਂ ਦਾ ਕੋਈ ਹਰਕਤ ਕਰੂਗਾ, ਉਹਨੂੰ ਵੀ ਫਾਂਸੀ ਦੀ ਸਜ਼ਾ ਜਾਂ ਥੋੜੀ ਉਮਰ ਕੈਦ ਹੋ ਸਕਦੀ ਹੈ। ਪਰ ਇੰਨਾ ਕਰੂਰਤਾ ਦਾ ਕੰਮ ਹੋਣ ਤੋਂ ਬਾਅਦ ਵੀ ਆਪਾਂ ਇਹ ਨਹੀਂ ਕਿਹਾ ਕਿ ਇਹਦੇ ਉੱਤੇ ਵੀ ਇਹੀ ਕਾਨੂੰਨ ਲੱਗੂਗਾ, ਕਿਉਂਕਿ ਹੁੰਦਾ ਕੀ ਹੈ ਕਿ ਜਦ ਜਿਹੜਾ ਕ੍ਰਾਈਮ ਕਮਿਟ ਹੁੰਦਾ ਹੈ, ਉਸ ਤਰੀਕ ਨੂੰ ਜਿਹੜਾ ਕਾਨੂੰਨ ਐਗਜ਼ਿਸਟ ਕਰਦਾ ਹੈ, ਜਿਹੜਾ ਆਪਣਾ ਕੋਈ ਵੀ ਲਾਅ ਐਗਜ਼ਿਸਟ ਕਰਦਾ ਹੈ, ਉਸੇ ਦੇ ਮੁਤਾਬਿਕ ਹੀ ਸਜ਼ਾ ਮਿਲਦੀ ਹੈ। ਕਦੀ ਵੀ ਨਵੇਂ ਕਾਨੂੰਨ ਦੇ ਮੁਤਾਬਿਕ ਸਜ਼ਾ ਨਹੀਂ ਮਿਲੂਗੀ, ਚਾਹੇ ਜੱਜਮੈਂਟ ਚਾਂਚ ਟਾਈਮ ਲੱਗ ਰਿਹਾ ਹੋਵੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਤੁਹਾਡੇ ਕੋਰਟ ਕਚਹਿਰੀਆਂ 'ਚ ਟਾਈਮ ਲੱਗ ਜਾਂਦਾ ਹੈ। ਤਾਂ ਆਉਣ ਵਾਲੇ ਟਾਈਮ 'ਚ ਜਿਸ ਚੀਜ਼ ਸਜ਼ਾ ਬਦਲ ਵੀ ਜਾਂਦੀ ਹੈ, ਉਹਨੂੰ ਤਾਂ ਵੀ ਪੁਰਾਣੇ ਦੇ ਮੁਤਾਬਿਕ, ਜਦੋਂ ਉਹਨੇ ਕ੍ਰਾਈਮ ਕੀਤਾ ਸੀ ਉਹਦੇ ਮੁਤਾਬਿਕ ਹੀ ਸਜ਼ਾ ਮਿਲੂਗੀ। ਠੀਕ ਹੈ, ਪਰ ਥੋੜੇ ਟੈਕਸ ਦੇ ਮਾਮਲੇ ਜਦੋਂ ਸਰਕਾਰ ਨੇ ਇਹ ਕੀਤਾ, ਤਾਂ ਸਾਰੀ ਦੁਨੀਆ 'ਚ ਇੱਕ ਸਰਕਾਰ ਦੀ ਬਹੁਤ, ਭਾਰਤ ਦੀ ਇਸ ਗੱਲ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਨਿੰਦਾ ਕੀਤੀ ਜਾਂਦੀ ਸੀ ਕਿ ਭਾਰਤ ਦੀ ਸਰਕਾਰ ਇਦਾਂ ਕਿਉਂ ਕਰ ਰਹੀ ਹੈ, ਕਿਉਂਕਿ ਇਹਦੇ ਨਾਲ ਥੋੜੇ ਨਿਵੇਸ਼ ਦਾ ਸਾਰਾ ਪੈਸਾ ਮਾਰਿਆ ਜਾਂਦਾ ਹੈ, ਕਿਉਂਕਿ ਕੰਪਨੀਆਂ ਡਰਦੀਆਂ ਫਿਰ ਭਾਰਤ ਵਿੱਚ ਪੈਸੇ ਲਗਾਉਣ ਨੂੰ। ਤਾਂ ਹੁਣ ਇਹ ਤੁਹਾਡੀ ਸਰਕਾਰ ਨੇ ਬਹੁਤ ਹੀ ਚੰਗਾ ਫੈਸਲਾ ਕੀਤਾ ਹੈ ਕਿ ਇਸ ਜਿਹੜਾ ਰੈਟਰੋਸਪੈਕਟਿਵ ਟੈਕਸ ਸੀ, ਠੀਕ ਹੈ, ਮੁੜ ਰੋਕਥਾਮ ਟੈਕਸ ਜਿਹਨੂੰ ਆਪਾਂ ਕਹਿੰਦੇ ਆ, ਇਹਨੂੰ ਖਤਮ ਕਰਤਾ ਤੇ ਹੁਣ ਇਹ ਡਿਮਾਂਡ ਨਹੀਂ ਕਰੂਗੀ ਸਰਕਾਰ। ਤਾਂ ਹਜੇ ਵੀ ਵੋਡਾਫੋਨ ਨੇ ਤਾਂ ਪੈਸੇ ਦੇਣੇ ਸੀ, ਪਰ ਹੁਣ ਵੋਡਾਫੋਨ ਤੋਂ ਵੀ ਪੈਸੇ ਨਹੀਂ ਮੰਗੂਗੀ ਸਰਕਾਰ। ਤਾਂ ਇਹ ਬਹੁਤ ਚੰਗਾ ਫੈਸਲਾ ਸਰਕਾਰ ਦਾ, ਠੀਕ ਹੈ, ਤੇ ਇਹਨੂੰ ਬਹੁਤ ਜਗ੍ਹਾ ਤੋਂ ਪ੍ਰੇਜ਼ ਕੀਤਾ ਜਾ ਰਿਹਾ ਹੈ। ਅਗਲਾ ਜਿਹੜਾ ਹੈਗਾ ਇਹ ਤੁਹਾਡੀ ਹੁਣ ਸੈਟੇਲਾਈਟਸ ਦੇ ਬਾਰੇ ਹੈ, ਜੀਓ ਸਟੇਸ਼ਨਰੀ ਸੈਟੇਲਾਈਟ। ਹੁਣ ਜੀਓ ਸਟੇਸ਼ਨਰੀ ਕੀ ਹੁੰਦਾ, ਜਿਹੜਾ ਦੇਖੋ ਆ ਜਿਹੜਾ ਵਰਡ ਹੈ ਨਾ ਜੀਓ, ਇਹਨੂੰ ਮਤਲਬ ਆਹ ਜਿਹੜਾ ਜੀਓ ਹੈ ਆਪਣਾ ਜੀਓ ਟੈਲੀਕਾਮ ਵਾਲਾ ਜੀਓ ਨਹੀਂ, ਆ ਜਿਹੜਾ ਜੀਓ ਆ, ਜੀਓ ਦਾ ਮਤਲਬ ਹੈ ਧਰਤੀ। ਠੀਕ ਹੈ, ਇੱਥੇ ਆਪਣੀ ਧਰਤੀ ਨਾਲ ਇਸ ਵਰਡ ਨੂੰ ਰੈਫਰ ਕੀਤਾ ਜਾ ਰਿਹਾ। ਠੀਕ ਹੈ, ਤਾਂ ਹੋ ਇਹ ਹੈ ਕਿ ਜੀਓ ਸਟੇਸ਼ਨਰੀ, ਸਟੇਸ਼ਨਰੀ ਦਾ ਮਤਲਬ ਹੁੰਦਾ ਕੋਈ ਵੀ ਚੀਜ਼ ਜੋ ਰੁਕੀ ਪਈ ਹੈ। ਠੀਕ ਹੈ, ਕੋਈ ਵੀ ਚੀਜ਼ ਜੋ ਰੋਕੀ ਗਈ ਹੈ ਜਾਂ ਰੁਕੀ ਪਈ ਹੈ, ਉਹ ਚੀਜ਼, ਠੀਕ ਹੈ, ਰੁਕੀ ਹੋਈ ਹੈ, ਉਹਨੂੰ ਕਹਿੰਦੇ ਜੀਓ ਸਟੇਸ਼ਨਰੀ। ਇਹਦਾ ਹੁਣ ਮਤਲਬ ਕੀ ਹੈ, ਦੇਖੋ ਜਿਹੜੀ ਆਪਾਂ ਸੈਟੇਲਾਈਟ ਲਾਂਚ ਕਰਦੇ ਆ ਨਾ, ਹੁਣ ਸੈਟੇਲਾਈਟ ਥੋੜੀਆਂ 2 ਤਰੀਕੇ ਦੀਆਂ ਹੋ ਸਕਦੀਆਂ। ਇੱਕ ਸੈਟੇਲਾਈਟ ਤਾਂ ਹੋ ਸਕਦੀ ਹੈ ਕਿ ਜਿਹੜੀ ਹੁਣ ਆਹ ਆਪਣੀ ਧਰਤੀ ਆ, ਇੱਕ ਸੈਟੇਲਾਈਟ ਤਾਂ ਦੇਖੋ ਤੁਹਾਡੀ ਹੋ ਸਕਦੀ ਹੈ ਜਿਹੜੇ ਇੱਕ ਪੂਰਾ ਵੱਡਾ ਚੱਕਰ, ਮਤਲਬ ਸੈਟੇਲਾਈਟ ਕਰਦੀਆਂ ਕੀ ਹੈ ਕਿ ਤੁਹਾਡੇ ਧਰਤੀ ਦੇ ਚਾਰੋਂ ਚੱਕਰ ਮਾਰਦੀਆਂ ਰਹਿੰਦੀਆਂ। ਹੁਣ ਇੱਕ ਇਦਾਂ ਦੀ ਸੈਟੇਲਾਈਟ ਵੀ ਹੋ ਸਕਦੀ ਹੈ ਜਿਹੜੀ ਇੱਕ ਦਿਨ 'ਚ ਬਹੁਤ ਵਾਰੀ ਚੱਕਰ ਮਾਰ ਜਾਂਦੀ ਹੋਵੇ, ਜਾਂ ਬਸ ਦਿਨ 'ਚ ਇੱਕ ਵਾਰੀ ਇੱਕ ਜਗ੍ਹਾ ਦੇ ਉੱਤੋਂ ਦੀ ਬਸ ਲੰਘਦੀ ਹੋਵੇ ਤੇ ਫਿਰ 24 ਘੰਟੇ ਬਾਅਦ ਹੀ ਉਸ ਜਗ੍ਹਾ ਦੇ ਉੱਤੋਂ ਦੀ ਦੁਬਾਰਾ ਲੰਘੂਗੀ।
ਜਿਹੜੀ ਆਹ ਜੀਓ ਸਟੇਸ਼ਨਰੀ ਹੁੰਦੀ ਹੈ ਇਹ ਕੀ ਹੁੰਦੀ ਹੈ, ਇਹ ਆਪਣੇ ਯੂਜ਼ ਕੀਤੀਆਂ ਜਾਂਦੀਆਂ ਮੌਸਮ ਦਾ ਹਾਲ ਜਾਣਨ ਲਈ, ਜਾਂ ਜਦੋਂ ਆਪਾਂ ਜਿਹੜੇ ਆਪਾਂ GPS ਨੈਵੀਗੇਸ਼ਨ ਤੇ ਮੈਪ ਦੇਖਦੇ ਆ ਨਾ, ਇਹ ਚੀਜ਼ਾਂ ਲਈ ਇਹ ਜੀਓ ਸਟੇਸ਼ਨਰੀ ਸੈਟੇਲਾਈਟ ਯੂਜ਼ ਕੀਤੀਆਂ ਜਾਂਦੀਆਂ। ਇਹ ਹੁੰਦੀਆਂ ਕੀ ਹੈ ਤੇ ਕੰਮ ਕਿੱਦਾਂ ਕਰਦੀਆਂ, ਮੈਂ ਤੁਹਾਨੂੰ ਐਗਜ਼ਾਮਪਲ ਨਾਲ ਦੱਸਦਾ। ਦੇਖੋ ਆ ਜਿਹੜੇ ਹੁਣ ਥੋੜੀ ਧਰਤੀ ਹੈ ਸਾਰੀ, ਹੁਣ ਜੇ ਕੋਈ ਵੀ ਚੀਜ਼ ਆਪਣੀ ਜਿਹੜੀ ਸੈਟੇਲਾਈਟ ਹੈ ਉਹ ਹਵਾ ਚ ਹੋਊਗੀ ਇੱਥੇ, ਜਦੋਂ ਆਪਾਂ ਧਰਤੀ ਤੋਂ ਇਸ ਸੈਟੇਲਾਈਟ ਨੂੰ ਦੇਖਾਂਗੇ, ਜੀਓ ਸਟੇਸ਼ਨਰੀ ਸੈਟੇਲਾਈਟ ਕੀ ਹੁੰਦੀ ਹੈ, ਇਹ ਧਰਤੀ ਦੇ ਨਾਲ ਨਾਲ, ਦੇਖੋ ਧਰਤੀ ਘੁੰਮ ਰਹੀ ਹੈ, ਇਹ ਧਰਤੀ ਦੇ ਨਾਲ ਨਾਲ ਹੀ ਘੁੰਮਣਗੀਆਂ। ਯਾਨੀ ਕਿ ਜਿਹੜਾ ਲੈਂਡ, ਜਿਵੇਂ ਆਪਣਾ ਆਹ ਭਾਰਤ ਹੈ, ਭਾਰਤ ਦੇ ਜੇ ਬਿਲਕੁਲ ਉੱਤੇ ਸੈਟੇਲਾਈਟ ਫਿਕਸ ਕੀਤੀ ਹੋਈ ਹੈ, ਹੁਣ ਜਿਵੇਂ ਜਿਵੇਂ ਭਾਰਤ ਘੁੰਮੀ ਜਾਊਗਾ ਇਹ ਸੈਟੇਲਾਈਟ ਵੀ ਅੱਗੇ ਮੂਵ ਕਰਦੀ ਜਾਊਗੀ, ਤਾਂ ਚਾਰੋਂ ओर ਘੁੰਮੂਗੀ ਤੇ ਘੁੰਮ ਕੇ ਜਦੋਂ ਦੂਜੇ ਪਾਸੇ ਭਾਰਤ ਫੇਰ ਆਇਆ ਫਿਰ ਸਾਹਮਣੇ ਆ ਜਾਊ। ਤਾਂ ਜਦੋਂ ਆਪਾਂ ਧਰਤੀ ਤੋਂ ਦੇਖ ਰਹੇ ਹਾਂ, ਆਪਣੇ ਥੱਲੋਂ ਦੀ ਇੱਥੋਂ ਦੀ ਦੇਖ ਰਹੇ ਹਾਂ, ਆਪਾਂ ਆਸਮਾਨ 'ਚ ਜਦੋਂ ਦੇਖਾਂਗੇ ਆਪਾਂ ਨੂੰ ਇਹ ਸੈਟੇਲਾਈਟ ਇਦਾਂ ਲੱਗੂਗੀ ਕਿ ਬਿਲਕੁਲ ਸਾਹਮਣੇ ਆਪਣੇ ਖੜੀ ਹੋਈ ਹੈ, ਇਹ ਹਿੱਲ ਕਿਉਂ ਨਹੀਂ ਰਹੀ। ਪਰ ਗੱਲ ਤਾਂ ਇਹੀ ਹੈ ਨਾ, ਕਿਉਂਕਿ ਜਿੰਨੀ ਤੇਜ਼ ਥੋੜੀ ਧਰਤੀ ਘੁੰਮ ਰਹੀ ਹੈ ਉਨੀ ਹੀ ਤੇਜ਼ ਉਹ ਘੁੰਮ ਰਹੀ ਹੈ, ਤਾਂ ਆਪਾਂ ਨੂੰ ਧਰਤੀ ਉੱਤੇ ਲੱਗਦਾ ਹੈ ਕਿ ਬਿਲਕੁਲ ਉੱਥੇ ਹੀ ਖੜੀ ਹੈ, ਪਰ ਹੈ ਕਿ ਉਹ ਆਪਣੇ ਨਾਲ ਨਾਲ ਹੀ ਚੱਲ ਰਹੀ ਹੈ। ਇਸ ਕਾਰਨ ਆਪਾਂ ਨੂੰ ਇਦਾਂ ਲੱਗਦਾ ਕਿ ਉਹ ਬਿਲਕੁਲ ਸਟੇਸ਼ਨਰੀ ਦਾ ਮਤਲਬ ਰੁਕੀ ਹੋਈ ਹੈ, ਉੱਥੇ ਹੀ ਰੁਕੀ ਹੋਈ ਹੈ। ਇਸ ਕਾਰਨ ਇਹਨੂੰ ਕਹਿੰਦੇ ਆ ਜੀਓ ਸਟੇਸ਼ਨਰੀ ਜਿਹੜੀਆਂ ਸੈਟੇਲਾਈਟ ਹੈ, ਠੀਕ ਹੈ। ਤੇ ਇਹਦੇ ਬਾਰੇ ਆਇਆ ਹੋਇਆ, ਤਾਂ ਜਿਹੜੀ ਹੁਣ ਇਹ ਸੈਟੇਲਾਈਟ ਹੈ ਕਿ ਤੁਹਾਡੀ ਇੱਕ ਸੈਟੇਲਾਈਟ ਲਾਂਚ ਕੀਤੀ ਗਈ ਹੈ EON-3, ਇਹ ਕਿਸ ਚੀਜ਼ ਲਈ ਇਸਤੇਮਾਲ ਕੀਤੀ ਜਾਊਗੀ, ਤੁਹਾਡੇ ਇੱਥੇ ਕੋਈ ਵੀ ਕੁਦਰਤੀ ਆਪਦਾ ਆਂਦੀ ਆ, ਕੋਈ ਫਸਲਾਂ ਜਿਹੜੀਆਂ ਆਪਾਂ ਦੇਖਣੀਆਂ, ਦੇਖੋ ਆਪਾਂ ਭਾਰਤ ਦੇ ਬਿਲਕੁਲ ਉੱਤੇ ਲਾਈ ਜਾਊਗੀ, ਤਾਂ ਭਾਰਤ ਵਿੱਚ ਉੱਤੋਂ ਦੀ ਆਪਾਂ ਫੋਟੋਆਂ ਦੇ ਦੁਆਰਾ ਹਰ ਚੀਜ਼ ਦੇਖ ਸਕਦੇ ਹਾਂ ਕਿ ਆਪਣੇ ਇੱਥੇ ਕਿੰਨਾ ਜੰਗਲ ਵੱਧ ਰਿਹਾ ਹੈ, ਕਿੰਨੀਆਂ ਫਸਲਾਂ ਲੱਗ ਰਹੀਆਂ, ਠੀਕ ਹੈ। ਫਿਰ ਕੁਦਰਤ ਕਿਤੇ ਵੀ ਕੋਈ ਆਪਦਾ ਆਈ ਹੈ, ਕੋਈ ਵੀ ਇੱਥੇ ਡਿਜ਼ਾਸਟਰ ਆਇਆ ਹੈ, ਉਹ ਕਿਸ ਲੈਵਲ ਤੇ ਫੈਲਿਆ ਹੋਇਆ, ਉਹ ਆਪਾਂ ਸਭ ਕੁਝ ਸੈਟੇਲਾਈਟ ਤੋਂ ਦੇਖ ਲਾਂਗੇ। ਤੇ ਇਸ ਖਾਸ ਕਰ ਇਹੀ ਚੀਜ਼ਾਂ ਲਈ ਆਹ ਸੈਟੇਲਾਈਟ ਛੱਡੀ ਗਈ ਹੈ, ਤੇ ਜੀਓ ਸਟੇਸ਼ਨਰੀ ਯਾਨੀ ਕਿ ਭਾਰਤ ਦੇ ਹਰ ਟਾਈਮ ਬਿਲਕੁਲ ਉੱਤੇ ਰਹੂਗੀ, ਤੇ ਭਾਰਤ ਦੀ ਲਗਾਤਾਰ ਲਾਈਵ ਇਮੇਜ ਸਰਕਾਰ ਦੇ ਉੱਤੇ ਜਿਹੜੇ ਦਫ਼ਤਰ ਹੈਗੇ ਆ, ਜੇ IMD ਵਰਗੇ, ਉਹਨਾਂ ਤੱਕ ਪਹੁੰਚਾਊਗੀ, ਠੀਕ ਹੈ। ਇਸੇ ਬਾਰੇ ਇੱਥੇ ਸਭ ਕੁਝ ਇਹੀ ਲਿਖਿਆ ਹੋਇਆ। ਅਗਲਾ ਜਿਹੜਾ ਹੈਗਾ ਇਹ ਹੈਗਾ ਅਗਾਲੀਆ ਆਈਲੈਂਡ, ਅਗਾਲੀਆ ਟਾਪੂ। ਆ ਤੁਹਾਨੂੰ ਮੈਂ ਮੈਪ ਦੇ ਦੁਆਰਾ ਦੱਸਦਾ, ਦੇਖੋ ਆ ਲਿਖਿਆ ਅਗਾਲੀਆ ਆਈਲੈਂਡ। ਇਹ ਜਿਹੜੇ ਅਗਾਲੀਆ ਆਈਲੈਂਡ ਹੈ ਨਾ, ਇਹ ਮੌਰੀਸ਼ੀਅਸ ਆ ਰਿਹਾ ਦੇਸ਼, ਤੁਹਾਡਾ ਆ ਦੇਸ਼ ਹੈ, ਇਹਦੇ ਆਈਲੈਂਡ ਹੈ ਇਹ, ਠੀਕ ਹੈ, ਇਹਨੂੰ ਬਿਲੋਂਗ ਕਰਦੇ ਆ, ਮੌਰੀਸ਼ੀਅਸ ਦੇ ਆਈਲੈਂਡ ਹੈ ਇਹ। ਤਾਂ ਜਿਹੜੇ ਅਗਾਲੀਆ ਆਈਲੈਂਡ ਹੈ ਇਹ ਆਏ ਹੋਏ ਆ ਤੁਹਾਡੇ ਖਬਰ ਵਿੱਚ। ਇਹ ਕੀ ਖਬਰ ਚ ਆਇਆ ਹੋਇਆ ਕਿ ਤੁਹਾਡੇ ਮੌਰੀਸ਼ੀਅਸ ਦੇਸ਼ ਦੀ ਖਬਰ ਆਈ ਹੈ, ਕੁਝ ਦਿਨਾਂ ਤੋਂ ਇਹ ਵਿਵਾਦ ਚੱਲ ਰਿਹਾ ਕਿ ਤੁਹਾਡੇ ਇੱਕ ਨਾ ਰਿਪੋਰਟ ਆਈ ਕਿ ਮੌਰੀਸ਼ੀਅਸ ਨੇ ਭਾਰਤ ਸਰਕਾਰ ਨੂੰ ਅਲਾਓ ਕੀਤਾ ਹੈ ਕਿ ਆਪਾਂ ਇਸ ਅਗਾਲੀਆ ਆਈਲੈਂਡ ਤੇ ਆਪਣੀ ਫੌਜ ਦਾ ਇੱਕ ਬੇਸ ਬਣਾ ਲਈਏ, ਠੀਕ ਹੈ। ਇੱਥੇ ਆਪਾਂ ਹਵਾਈ ਪੱਟੀ ਬਣਾ ਰਹੇ ਹਾਂ, ਮਤਲਬ ਇਦਾਂ ਦੀਆਂ ਖਬਰਾਂ ਆਈਆਂ ਕਿ ਭਾਰਤ ਇੱਥੇ ਹਵਾਈ ਪੱਟੀ ਬਣਾ ਰਹੇ ਆ, ਆਪਣੀ ਫੌਜ ਨੂੰ ਇੱਥੇ ਰੱਖਣ ਵਾਲਾ ਹੈ, ਇਦਾਂ ਦੀਆਂ ਖਬਰਾਂ। ਤਾਂ ਜਿਹੜੀ ਤੁਹਾਡੀ ਮੌਰੀਸ਼ੀਅਸ ਦੀ ਸਰਕਾਰ ਹੈ, ਇਹਨੇ ਸਾਰੀਆਂ ਖਬਰਾਂ ਸਿਰੇ ਤੋਂ ਖਾਰਿਜ ਕੀਤੀਆਂ, ਤੇ ਉਹਨਾਂ ਨੇ ਇਹ ਕਿਹਾ ਕਿ ਭਾਰਤ ਨੂੰ ਇਦਾਂ ਦੀ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ, ਤੇ ਇੱਥੇ ਭਾਰਤ ਦਾ ਕੋਈ ਵੀ ਬੇਸ ਨਹੀਂ ਬਣ ਰਿਹਾ, ਠੀਕ ਹੈ। ਤਾਂ ਉਹ ਜਿਹੜੀ ਖਬਰਾਂ ਸੀਗੀਆਂ ਉਹ ਚ ਇਹੀ ਸੀਗਾ ਕਿ ਭਾਰਤ ਜਿਹੜਾ ਬੇਸ ਬਣਾ ਰਿਹਾ ਉਹ ਆ ਜਿਹੜਾ ਅਗਾਲੀਆ ਆਈਲੈਂਡ ਹੈ ਇੱਥੇ ਬਣਾ ਰਿਹਾ, ਠੀਕ ਹੈ। ਪਰ ਇਹ ਖਬਰ ਹਜੇ ਲਈ ਮੌਰੀਸ਼ੀਅਸ ਸਰਕਾਰ ਨੇ ਉਹ ਡਿਨਾਈ ਕਰਤੀ ਕਿ ਇਦਾਂ ਦਾ ਕੁਝ ਵੀ ਇੱਥੇ ਨਹੀਂ ਹੋ ਰਿਹਾ, ਠੀਕ ਹੈ। ਹੁਣ ਇਸੇ ਲਈ ਆਪਣੇ ਲਈ ਜ਼ਰੂਰ ਦੇਖੋ, ਇਹ ਮੌਰੀਸ਼ੀਅਸ ਵਿੱਚ ਇੰਨਾ ਜ਼ਿਆਦਾ ਉੱਥੇ ਇੱਕ ਤੁਹਾਡੀ ਮੌਰੀਸ਼ੀਅਸ ਦੀ ਸਰਕਾਰ ਨੂੰ ਇਹ ਬਿਆਨ ਜਾਰੀ ਕਿਉਂ ਕਰਨਾ ਪਿਆ, ਉੱਥੇ ਨਾ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ ਪ੍ਰੋਟੈਸਟ ਕਰਨੇ ਸ਼ੁਰੂ ਕਰਤੇ ਸੀ, ਨਾਰੇ ਲਾਣੇ ਸ਼ੁਰੂ ਕਰਤੇ ਸਰਕਾਰ ਦੇ ਖਿਲਾਫ ਕਿ ਸਰਕਾਰ ਇਦਾਂ ਕਿਉਂ ਕਰ ਰਹੀ ਹੈ। ਇਹਦਾ ਕਾਰਨ ਹੈ ਆਪਣੇ ਮੌਰੀਸ਼ੀਅਸ ਦਾ ਜਿਹੜਾ ਖੁਦ ਦਾ ਇਤਿਹਾਸ ਹੈ, ਉਹਦੇ ਵਿੱਚ ਹੀ ਮੌਰੀਸ਼ੀਅਸ ਨੂੰ ਜਿਹੜੀ ਆਜ਼ਾਦੀ ਮਿਲੀ ਸੀ ਨਾ 1965 ਚ ਮਿਲੀ ਸੀ, ਉਦੋਂ ਕੀ ਸੀ, ਇਹਨਾਂ ਨੂੰ ਵੀ ਬ੍ਰਿਟਾਨੀਆ ਤੋਂ, ਆਪਣੀ ਬ੍ਰਿਟਨ ਤੋਂ ਆਜ਼ਾਦੀ ਮਿਲੀ ਸੀ। ਬ੍ਰਿਟਨ ਨੇ ਕੀ ਕੀਤਾ, ਆ ਮੌਰੀਸ਼ੀਅਸ ਦੇ ਇੱਥੇ ਨਾ ਹੋਰ ਵੀ ਬਹੁਤ ਸਾਰੇ ਛੋਟੇ ਛੋਟੇ ਆਈਲੈਂਡ ਹੈ, ਇਹ ਸਾਰੇ ਆਈਲੈਂਡ ਤਾਂ ਬ੍ਰਿਟਨ ਨੇ ਵਾਪਸ ਕਰਤੇ, ਤੁਹਾਡੇ ਬ੍ਰਿਟਾਨੀਆ ਨੇ ਵਾਪਸ ਕਰਤੇ, ਪਰ ਆਹ ਜਿਹੜਾ ਆਈਲੈਂਡ ਹੈ ਨਾ ਡਿਏਗੋ ਗਾਰਸੀਆ, ਇਹ ਬ੍ਰਿਟਨ ਕਹਿੰਦਾ ਇਹ ਤਾਂ ਸਾਡਾ ਆਪਣਾ ਆਈਲੈਂਡ ਹੀ ਹੈ,
ਅਸੀਂ ਇਹ ਵਾਪਸ ਨਹੀਂ ਕਰਾਂਗੇ। ਤੇ ਇਹਦੇ ਬਦਲੇ ਕੀ ਕੀਤਾ ਕਿ ਇਸ ਆਇਲੈਂਡ ਨੂੰ ਅਮਰੀਕਾ ਨੂੰ ਗਿਰਵੀ ਦੇਤਾ, ਉਹਨਾਂ ਕੋਲੇ ਗਿਰਵੀ ਰੱਖਤਾ, ਲੀਜ਼ ਤੇ ਦੇਤਾ ਉਹਨਾਂ ਨੂੰ, ਠੀਕ ਹੈ, ਕਿਰਾਏ ਤੇ ਦੇਤਾ, ਇੱਕ ਤਰੀਕੇ ਨਾਲ ਗਿਰਵੀ ਨੇ ਰੱਖਿਆ, ਕਿਰਾਏ ਤੇ ਦੇਤਾ। ਤੇ ਅਮਰੀਕਾ ਨੇ ਇੱਥੇ ਕੀ ਕੀਤਾ, ਅਮਰੀਕਾ ਨੇ ਇੱਥੇ ਪੂਰੀ ਆਪਣਾ ਇੱਕ ਮਿਲਟਰੀ ਬੇਸ ਬਣਾਇਆ ਹੋਇਆ, ਇੱਥੇ ਹਵਾਈ ਪੱਟੀ, ਉਹਦੇ ਫੌਜੀ ਵੀ ਇੱਥੇ ਰਹਿੰਦੇ ਇੱਕ ਪੂਰਾ, ਤਾਂ ਕਿ ਇੰਡੀਅਨ ਓਸ਼ਨ 'ਚ ਕਦੀ ਵੀ ਲੜਾਈ ਲੜਨੀ ਪਵੇ। ਆ ਉਹਨਾਂ ਕੋਲੇ, ਅਮਰੀਕਾ ਕੋਲੇ ਇੱਥੇ ਪਹਿਲਾਂ ਦਾ ਇੱਕ ਆਇਲੈਂਡ ਪਿਆ ਹੋਇਆ, ਠੀਕ ਹੈ। ਤਾਂ ਇਸ ਕਾਰਨ ਮੌਰੀਸ਼ੀਅਸ ਦੇ ਲੋਕ ਹੁਣ ਇਸ ਗੱਲ ਨੂੰ ਬਹੁਤ ਜ਼ਿਆਦਾ ਉਹ ਕਰਦੇ ਆ ਕਿ ਇਦਾਂ ਨਾ ਹੋਵੇ ਕਿ ਅੱਜ ਭਾਰਤ ਆ ਕੇ ਇੱਥੇ ਬਹਿ ਗਿਆ ਤੇ ਕੱਲ ਭਾਰਤ ਜਾਣ ਨੂੰ ਵੀ ਤਿਆਰ ਨਹੀਂ ਹੈ, ਕਿਉਂਕਿ ਹੁਣ ਮੌਰੀਸ਼ੀਅਸ ਬਹੁਤ ਵਾਰੀ ਤੁਹਾਡੇ ਬ੍ਰਿਟਨ ਨੂੰ ਵੀ ਕਹਿ ਚੁੱਕਿਆ, ਅਮਰੀਕਾ ਨੂੰ ਵੀ ਕਹਿ ਚੁੱਕਿਆ ਕਿ ਆਹ ਸਾਰੇ ਜਿਹੜੇ ਟਾਪੂ ਹੈ ਇਹਨਾਂ ਨੂੰ ਖਾਲੀ ਕਰੋ, ਇਹ ਸਾਨੂੰ ਚਾਹੀਦੇ, ਸਾਡੇ ਆਪਣੇ ਟਾਪੂ ਆ। ਪਰ ਤਾਂ ਵੀ ਤੁਹਾਡਾ ਬ੍ਰਿਟਾਨੀਆ ਤੇ ਤੁਹਾਡਾ ਅਮਰੀਕਾ ਦੋਨੋਂ ਇਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਹੈ, ਠੀਕ ਹੈ। ਹੁਣ ਤੁਸੀਂ ਕਰਨਾ ਕੀ ਹੈ, ਆ ਜਿਹੜਾ ਮੈਪ ਅੱਜ ਦਿੱਤਾ ਹੈ, ਆ ਸਾਰੇ ਆਈਲੈਂਡ ਦੀ ਨਾ ਲੋਕੇਸ਼ਨ ਦੇਖਣੀ ਹੈ। ਕੁਐਸਚਨ ਆ ਜਾਂਦਾ ਹੁੰਦਾ ਕਿ ਇਹਨਾਂ ਨੂੰ ਅਰੇਂਜ ਕਰੋ ਨਾਰਥ ਟੂ ਸਾਊਥ, ਠੀਕ ਹੈ। ਤਾਂ ਸਭ ਤੋਂ ਉੱਤੇ ਆਹ ਆਈਲੈਂਡ ਪੈਂਦੇ ਆ, ਉਦੋਂ ਥੱਲੇ ਆਹ, ਇਦਾਂ ਤੁਹਾਨੂੰ ਕੁਐਸਚਨ ਆ ਸਕਦਾ ਕਿ ਇਹਨਾਂ ਨੂੰ ਅਰੇਂਜ ਕਰਨ ਦਾ ਕੁਐਸਚਨ ਆ ਸਕਦਾ, ਕਿਹੜਾ ਉੱਤੇ ਪੈਂਦਾ, ਕਿਹੜਾ ਨਾਰਥ ਵੱਲ ਨੂੰ ਪੈਂਦਾ, ਕਿਹੜਾ ਸਾਊਥ ਵੱਲ ਨੂੰ ਪੈਂਦਾ। ਤਾਂ ਇਹਨਾਂ ਦੀ ਬਸ ਲੋਕੇਸ਼ਨ ਦੇਖ ਲਿਓ। ਸਾਰੀ ਦੁਨੀਆ ਦੇ ਆਪਾਂ ਟਾਪੂ ਨਹੀਂ ਯਾਦ ਕਰਨੇ, ਜਿਹੜੇ ਕੁਝ ਆਪਣੇ ਜਾਂ ਤਾਂ ਕਰੰਟ ਅਫੇਅਰ ਚ ਆ ਜਾਂਦੇ ਜਾਂ ਆਪਣੇ ਇੰਪੋਰਟੈਂਸ ਦੇ, ਕਿਉਂਕਿ ਆ ਹਿੰਦ ਮਹਾਸਾਗਰ ਚ ਪੈਂਦੇ ਆ, ਇਸ ਕਾਰਨ ਇਹ ਆਪਣੇ ਇੰਪੋਰਟੈਂਸ ਦੇ, ਠੀਕ ਹੈ। ਤਾਂ ਆਪਾਂ ਇਹ ਮੈਪ ਚੰਗੀ ਤਰ੍ਹਾਂ ਕਰ ਲੈਣਾ। ਕਲੀਅਰ ਹੈ? ਕੋਈ ਵੀ ਡਾਊਟ ਇੱਥੇ? ਇਹ ਸੀਗੇ ਤੁਹਾਡੇ ਅੱਜ ਦੇ ਕਰੰਟ ਅਫੇਅਰ। ਹਾਂਜੀ।